ਹਾਂਜੀ ਦੋਸਤੋ, ਸੰਗਰੂਰ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਭਰਤੀ ਦੀ ਉਡੀਕ ਕਰ ਰਹੇ ਸੀ, ਤਾਂ ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਣੀ ਹੈ। ਸਬ ਇੰਸਪੈਕਟਰ ਦੇ 4 ਕੇਡਰ ਨੇ ਜਿਹੜੇ, ਉਹਨਾਂ ਵਿੱਚ ਭਰਤੀ ਆਊਗੀ। ਤਾਂ ਜਿਹੜੇ 4 ਕੇਡਰ ਨੇ ਉਹ ਹੈ, ਪਹਿਲੇ ਨੰਬਰ 'ਤੇ ਡਿਸਟ੍ਰਿਕਟ ਕੇਡਰ, ਦੂਸਰੇ 'ਤੇ ਆਰਮਡ ਪੁਲਿਸ, ਤੀਸਰੇ 'ਤੇ ਇਨਵੈਸਟੀਗੇਸ਼ਨ ਐਂਡ ਚੌਥੇ 'ਤੇ ਇੰਟੈਲੀਜੈਂਸ। ਆਓ ਦੋਸਤੋ, ਹੁਣ ਆਪਾਂ ਸਬ ਇੰਸਪੈਕਟਰ ਭਰਤੀ ਸੰਬੰਧੀ ਕੁਝ ਵਿਸਤਾਰ ਨਾਲ ਜ਼ਿਕਰ ਕਰਦੇ ਹਾਂ। ਇਸ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਕਿ ਜਿਹੜਾ ਤੁਹਾਡਾ ਪੇਪਰ ਹੋਣਾ, ਕੰਪਿਊਟਰ ਬੇਸਡ ਰਿਟਨ ਟੈਸਟ ਹੋਣਾ ਤੁਹਾਡਾ, ਅਤੇ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਸਕਰੀਨਿੰਗ ਟੈਸਟ ਹੋਣਾ। ਤਾਂ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਰਿਟਨ ਟੈਸਟ ਹੋਣਾ ਉਹ ਤੁਹਾਡਾ 17 ਤਰੀਕ ਤੋਂ ਲੈ ਕੇ 31 ਤਰੀਕ ਅਗਸਤ ਮਹੀਨੇ ਦੇ ਵਿੱਚ ਹੋ ਜਾਣਾ ਹੈਗਾ। ਤਾਂ ਤੁਹਾਡੇ ਕੋਲ ਮਹੀਨੇ ਤੋਂ ਲੈ ਕੇ 1.5 ਮਹੀਨਾ ਬਚਿਆ ਹੈ। ਤਾਂ ਆਪਣੀ ਤਿਆਰੀ ਹਿਸਾਬ ਨਾਲ ਕਰਕੇ ਜਾਓ ਕਿ ਮਹੀਨੇ ਦੇ ਵਿੱਚ ਤੁਹਾਡਾ ਸਿਲੇਬਸ ਕਵਰ ਹੋ ਜਾਏ। ਹਾਂਜੀ ਦੋਸਤੋ, ਜਿਹੜਾ ਤੁਹਾਡਾ ਪੇਪਰ ਹੋਣੇ ਨੇ ਉਹ ਤੁਹਾਡੇ 2 ਪੇਪਰ ਹੋਣੇ ਨੇ, ਅਤੇ ਇਸ ਵਿੱਚ ਤੁਹਾਡੇ ਜਿਹੜੇ 2 ਪੇਪਰ ਨੇ ਉਹਨਾਂ ਵਿੱਚ ਇੱਕ ਪੇਪਰ ਜਿਹੜਾ ਤੁਹਾਡਾ 100 ਨੰਬਰ 100 ਮਲਟੀਪਲ ਚੁਆਇਸ ਕੁਐਸਚਨ ਹੋਣਗੇ, ਦੂਸਰੇ ਦੇ ਵਿੱਚ ਵੀ ਤੁਹਾਡੇ 100 ਕੁਐਸਚਨ ਹੋਣਗੇ, ਅਤੇ ਜਿਹੜਾ ਤੁਹਾਡਾ ਇੱਕ ਕੁਐਸਚਨ ਦੇ ਤੁਹਾਨੂੰ 4 ਮਾਰਕਸ ਮਿਲਣੇ ਨੇ, ਅਤੇ ਇਹਦੇ ਵਿੱਚ ਤੁਹਾਡੀ ਨੈਗੇਟਿਵ ਮਾਰਕਿੰਗ ਵੀ ਦਿੱਤੀ ਗਈ ਹੈ। ਤਾਂ ਪੇਪਰ ਨੂੰ ਇਸ ਹਿਸਾਬ ਨਾਲ ਕਰਨਾ, ਪਹਿਲਾਂ ਜਿਹੜੇ ਕੁਐਸਚਨ ਤੁਹਾਨੂੰ ਆਉਂਦੇ ਨੇ ਪਹਿਲਾਂ ਉਹ ਕਰੋ, ਅਤੇ ਬਾਅਦ ਵਿੱਚ ਦੂਸਰੇ ਜਿਹੜੇ ਤੁਸੀਂ ਕਰਨੇ ਨੇ ਕੁਐਸਚਨ ਟਿਕ ਲਗਾਉਣੀ ਆ, ਤਾਂ ਉਹ ਸੋਚ ਸਮਝ ਕੇ ਨੈਗੇਟਿਵ ਮਾਰਕਿੰਗ ਨੂੰ ਧਿਆਨ ਵਿੱਚ ਰੱਖ ਕੇ ਕਰੋ। ਹਾਂਜੀ, ਆਪਾਂ ਇੰਪੋਰਟੈਂਟ ਨੋਟ ਵੀ ਪੜ੍ਹ ਲੈਂਦੇ ਹਾਂ। ਤਾਂ ਇਸ ਵਿੱਚ ਦਿੱਤਾ ਗਿਆ ਹੈ ਕਿ ਜਦੋਂ ਤੁਸੀਂ ਫਿਜ਼ੀਕਲ ਟੈਸਟ ਦੇਣਾ ਗਾ, ਫਿਜ਼ੀਕਲ ਟੈਸਟ ਦੇ ਤੁਹਾਡੇ ਕੁਆਲੀਫਾਈ ਨੇਚਰ, ਤੁਹਾਡੇ ਮਤਲਬ ਕੁਆਲੀਫਾਈ ਕਰਨਾ ਜ਼ਰੂਰੀ, ਉਸਦੇ ਨੰਬਰ ਨਹੀਂ ਐਡ ਕੀਤੇ ਜਾਣੇ। ਤਾਂ ਜਿਹੜੀ ਤੁਹਾਡੀ ਮੈਰਿਟ ਬਣਨੀ ਹੈਗੀ, ਉਹ ਮੈਰਿਟ ਤੁਹਾਡੇ ਪੇਪਰ ਦੇ ਆਧਾਰ 'ਤੇ ਬਣਨੀ ਹੈ। ਤਾਂ ਜਿਹੜੇ ਬੱਚੇ ਪੇਪਰ 'ਚੋਂ ਵਧੀਆ ਨੰਬਰ ਲੈਣਗੇ ਉਹਨਾਂ ਦਾ ਹੀ ਅੱਗੇ ਫਿਜ਼ੀਕਲ ਟਰਾਇਲ ਹੋਣਾ ਗਾ। ਤਾਂ ਇਸ ਦੇ ਵਿੱਚ ਅਗਲੀ ਗੱਲ ਇਹ ਹੈ ਕਿ ਤੁਹਾਡੀ ਹਾਂਜੀ, ਹੁਣ ਆਪਾਂ ਸਬ ਇੰਸਪੈਕਟਰ ਜੋ ਵੈਕੈਂਸੀਆਂ ਨੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਤਾਂ ਪਹਿਲੇ ਨੰਬਰ ਦੇ ਉੱਤੇ ਸਬ ਇੰਸਪੈਕਟਰ ਡਿਸਟ੍ਰਿਕਟ ਪੁਲਿਸ ਕੇਡਰ, ਜਿਹੜੇ ਡਿਸਟ੍ਰਿਕਟ ਪੁਲਿਸ ਕੇਡਰ ਦੇ ਸਬ ਇੰਸਪੈਕਟਰ ਰੱਖਣੇ ਆ, ਉਹ 87 ਪੋਸਟਾਂ ਨੇ ਉਹਨਾਂ ਦੇ ਲਈ। ਅਤੇ ਦੂਸਰੇ ਨੰਬਰ ਦੇ ਉੱਤੇ ਸਬ ਇੰਸਪੈਕਟਰ ਆਰਮਡ ਪੁਲਿਸ ਦੇ ਵਿੱਚ 97 ਸਬ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਣੀ ਹੈ। ਤੀਸਰੇ ਨੰਬਰ 'ਤੇ ਸਬ ਇੰਸਪੈਕਟਰ ਇਨਵੈਸਟੀਗੇਸ਼ਨ ਕੇਡਰ, ਜਿਹੜੇ ਇਨਵੈਸਟੀਗੇਸ਼ਨ ਕੇਡਰ ਆ ਇਸ ਵਾਰ ਪਹਿਲੀ ਵਾਰ ਭਰਤੀ ਆ ਰਹੀ ਆ, ਕਾਫੀ ਲੰਬੇ ਸਮੇਂ ਤੋਂ ਭਰਤੀ ਨਹੀਂ ਆਈ। ਇਹਦੇ ਵਿੱਚ 299 ਪੋਸਟਾਂ ਨੇ। ਤਾਂ ਲਾਸਟ ਦੇ ਵਿੱਚ ਸਬ ਇੰਸਪੈਕਟਰ ਇੰਟੈਲੀਜੈਂਸ ਕੇਡਰ ਆ, ਇੰਟੈਲੀਜੈਂਸ ਦੀਆਂ ਪੋਸਟਾਂ ਕੁਛ ਆਈਆਂ ਸੀ 2016 ਦੇ ਵਿੱਚ, ਤਾਂ ਹੁਣ 87 ਪੋਸਟਾਂ ਨੇ। ਹਾਂਜੀ, ਹੁਣ ਆਪਾਂ ਇਸ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਚੈੱਕ ਕਰ ਲੈਂਦੇ ਹਾਂ। ਤਾਂ ਇਸ ਵਿੱਚ ਕੀ ਦਿੱਤਾ ਗਿਆ, ਤਾਂ ਸਭ ਤੋਂ ਪਹਿਲਾਂ ਤੁਹਾਡੀ ਏਜ, ਜਿਹੜੀ ਏਜ ਹੈ ਤੁਹਾਡੀ 1 ਜਨਵਰੀ 2021 ਤੱਕ ਤੁਹਾਡੀ 18 ਤੋਂ ਲੈ ਕੇ 28 ਸਾਲ ਦੇ ਵਿਚਕਾਰ ਹੋਣੀ ਜ਼ਰੂਰੀ ਹੈ। ਅਤੇ ਜਿਹੜੇ SC ST BC ਕੈਟਾਗਰੀ ਆ ਉਹਨਾਂ ਲਈ 5 ਸਾਲ ਦੀ ਛੂਟ ਆ। ਐਕਸ ਸਰਵਿਸਮੈਨ ਦੇ ਲਈ 3 ਸਾਲ ਦੀ ਰਿਲੈਕਸੇਸ਼ਨ ਆ। ਅਤੇ ਉਸ ਤੋਂ ਬਾਅਦ ਜੋ ਤੁਹਾਡੇ ਗੌਰਮੈਂਟ ਇੰਪਲਾਈ ਨੇ ਉਹਨਾਂ ਦੇ ਲਈ 5 ਸਾਲ ਦੀ ਛੂਟ ਹੈ। ਹਾਂਜੀ, ਹੁਣ ਆਪਾਂ ਮੇਨ ਗੱਲ ਕਰ ਲੈਣਾ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ। ਤਾਂ ਇਹਦੇ ਵਿੱਚ ਜੋ ਸਬ ਇੰਸਪੈਕਟਰ ਡਿਸਟ੍ਰਿਕਟ ਕੇਡਰ ਦੇ ਜੋ ਭਰਤੀ ਕਰਨੇ ਨੇ ਉਸ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਤਾਂ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਉੱਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ। ਤਾਂ ਉਸ ਤੋਂ ਬਾਅਦ ਤੁਹਾਡੇ ਸੈਕਿੰਡ ਨੰਬਰ 'ਤੇ ਆ ਜਾਂਦਾ ਸਬ ਇੰਸਪੈਕਟਰ ਆਰਮਡ ਪੁਲਿਸ, ਜਿਹੜੀ ਆਰਮਡ ਪੁਲਿਸ ਦੇ ਵਿੱਚ ਵੀ ਤੁਹਾਡੀ ਗ੍ਰੈਜੂਏਸ਼ਨ ਜ਼ਰੂਰੀ ਹੈ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਵੇ। ਤੀਸਰੇ ਨੰਬਰ 'ਤੇ ਤੁਹਾਡਾ ਸਬ ਇੰਸਪੈਕਟਰ ਇਨਵੈਸਟੀਗੇਸ਼ਨ ਡਿਪਾਰਟਮੈਂਟ ਆ ਗਿਆ, ਇਨਵੈਸਟੀਗੇਸ਼ਨ ਦੇ ਵਿੱਚ ਵੀ ਤੁਹਾਡੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਅਤੇ ਲਾਸਟ ਦੇ ਵਿੱਚ ਤੁਹਾਡਾ ਇੰਟੈਲੀਜੈਂਸ ਅਫਸਰ ਦੀ ਜੋ ਭਰਤੀ ਹੋਣੀ ਆ, ਉਸ ਦੇ ਲਈ ਤੁਹਾਡੇ ਕੋਲ ਕੰਪਿਊਟਰ ਦੀ ਕੋਈ ਡਿਗਰੀ ਹੋਣੀ ਜ਼ਰੂਰੀ ਹੈ। ਤੁਸੀਂ BCA ਕੀਤੀ ਹੋਵੇ ਜਾਂ ਤੁਸੀਂ PGDCA ਕੀਤੀ ਹੋਵੇ, ਜਾਂ BSc IT ਕੀਤੀ ਹੋਵੇ, MSc IT, ਜਾਂ ਤੁਹਾਡੇ ਕੋਲ BTech ਕੰਪਿਊਟਰ ਸਾਇੰਸ 'ਚ ਕੀਤੀ ਹੋਵੇ, ਜਾਂ IT ਡਿਪਾਰਟਮੈਂਟ 'ਚ ਕੀਤੀ ਹੋਵੇ। ਮਤਲਬ ਕੁੱਲ ਮਿਲਾ ਕੇ ਜਿਹਦੇ ਕੋਲ ਕੰਪਿਊਟਰ ਦੀ ਡਿਗਰੀ ਹੋਵੇਗੀ ਉਹੀ ਇਹ ਪੋਸਟ ਲਈ ਅਪਲਾਈ ਕਰ ਸਕਦਾ ਗਾ। ਹਾਂਜੀ, ਹੁਣ ਆਪਾਂ ਪੇਪਰ ਦੇ ਪੈਟਰਨ ਬਾਰੇ ਗੱਲ ਕਰ ਲੈਂਦੇ। ਜੋ
ਪੇਪਰ ਆਉਣਾ ਹੈਗਾ ਆਪਾਂ ਨੂੰ, ਉਹ ਤੁਹਾਡਾ ਟੋਟਲ 800 ਮਾਰਕਸ ਦੇ ਪੇਪਰ ਹੋਣੇ। 2 ਪੇਪਰ ਹੋਣੇ ਤੁਹਾਡੇ, ਜਿਹੜਾ ਈਚ ਪੇਪਰ ਮਤਲਬ ਇੱਕ ਪੇਪਰ ਤੁਹਾਡਾ 400 ਨੰਬਰ ਦਾ ਹੋਣਾ ਤਾਂ ਦੂਸਰਾ ਵੀ 400 ਨੰਬਰ ਦਾ ਹੋਵੇਗਾ। ਤਾਂ ਤੁਹਾਡੇ ਹਰੇਕ ਪੇਪਰ ਦੇ ਲਈ ਤੁਹਾਡੇ 120 ਮਿੰਟ ਮਿਲਣੇ ਤੁਹਾਨੂੰ। ਤਾਂ ਆਪਾਂ ਹੁਣ ਉਹਦੇ ਬਾਰੇ ਟੋਪਿਕ ਨੇ ਜੋ ਉਹਨਾਂ ਦਾ ਜ਼ਿਕਰ ਕਰਦੇ ਹਾਂ। ਪਹਿਲੇ ਨੰਬਰ ਦੇ ਉੱਤੇ ਤੁਹਾਡੀ ਜਰਨਲ ਅਵੇਅਰਨੈਸ ਆ ਗਈ, ਜੀਕੇ ਤੁਹਾਡੀ। ਉਸ ਵਿੱਚ ਪਹਿਲੇ ਨੰਬਰ 'ਤੇ ਤੁਹਾਨੂੰ ਇੰਡੀਅਨ ਕੌਂਸਟੀਟਿਊਸ਼ਨ ਤੁਹਾਡਾ ਸੰਵਿਧਾਨ ਬਾਰੇ। ਦੂਸਰੇ ਨੰਬਰ 'ਤੇ ਸੈਂਟਰਲ ਐਂਡ ਸਟੇਟ ਲੈਜਿਸਲੇਚਰ ਆ ਗਿਆ ਤੁਹਾਡਾ। ਤੀਸਰੇ ਨੰਬਰ 'ਤੇ ਐਗਜ਼ੀਕਿਊਟਿਵ ਐਂਡ ਲੋਕਲ ਗੌਰਮੈਂਟ ਇੰਸਟੀਟਿਊਟ। ਅਤੇ ਚੌਥੇ ਨੰਬਰ 'ਤੇ ਜੁਡੀਸ਼ੀਅਲ ਇੰਸਟੀਟਿਊਸ਼ਨ, ਮਤਲਬ ਤੁਹਾਡਾ ਅਦਾਲਤਾਂ ਬਾਰੇ ਆ ਗਿਆ ਪੁਆਇੰਟ ਅਗਲਾ ਤੁਹਾਡਾ। ਉਸ ਤੋਂ ਬਾਅਦ ਤੁਹਾਡਾ ਹਿਸਟਰੀ ਐਂਡ ਕਲਚਰ, ਤੁਹਾਡੀ ਹਿਸਟਰੀ ਦੇ ਨਾਲ ਰਿਲੇਟਡ ਕੁਐਸਚਨ ਇਹਦੇ ਵਿੱਚ ਤੁਹਾਨੂੰ ਆਉਣਗੇ। ਤਾਂ ਨੈਕਸਟ ਤੁਹਾਡਾ ਸਾਇੰਸ ਐਂਡ ਟੈਕਨੋਲੋਜੀ, ਫਿਰ ਇੰਡੀਅਨ ਇਕਨੋਮੀ, ਜੋਗਰਾਫੀ ਅਤੇ ਕਰੰਟ ਅਫੇਅਰ ਅਤੇ ਅਵੇਅਰਨੈਸ ਆਫ ਇਸ਼ੂ, ਮਤਲਬ ਜੋ ਇਸ਼ੂ ਨੇ ਤੁਹਾਡੇ ਕਿਸੇ ਵੀ ਕੰਟਰੀ ਨਾਲ ਤੁਹਾਡੇ ਕੀ ਰਿਲੇਸ਼ਨ ਆ ਤੁਹਾਡਾ, ਉਸ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਆਉਣਗੇ। ਐਂਡ ਤੁਹਾਨੂੰ ਸੈਕਿੰਡ ਨੰਬਰ ਦੇ ਉੱਤੇ ਕੁਆਂਟੀਟੇਟਿਵ ਐਪਟੀਟਿਊਡ ਐਂਡ ਨੂਮੈਰੀਕਲ ਸਕਿੱਲਸ। ਤਾਂ ਤੁਹਾਡੇ ਮੈਥ ਹੈ ਜੋ, ਉਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਨੰਬਰ ਐਂਡ ਦੇਅਰ ਰਿਲੇਸ਼ਨ। ਐਂਡ ਸੈਕਿੰਡ ਹੈਗਾ ਸਿੰਪਲੀਫਿਕੇਸ਼ਨ। ਐਂਡ ਥਰਡ ਹੈਗਾ ਡੈਸੀਮਲ ਐਂਡ ਫਰੈਕਸ਼ਨ। ਫੋਰਥ ਹੈ ਰੇਸ਼ੀਓ ਐਂਡ ਪ੍ਰਪੋਰਸ਼ਨ ਐਂਡ ਪਰਸੈਂਟੇਜ, ਐਵਰੇਜ, ਮੀਨ, ਮੋਡ, ਮੀਡੀਅਨ ਐਂਡ ਪ੍ਰੋਫਿਟ ਐਂਡ ਲੋਸ, ਸਿੰਪਲ, ਕੰਪਾਊਂਡ ਇੰਟਰਸਟ, ਟਾਈਮ ਐਂਡ ਵਰਕ, ਮੈਨਸੂਰੇਸ਼ਨ ਦੇ ਕੁਐਸਚਨ ਤੁਹਾਨੂੰ ਆਉਣਗੇ ਇਹਦੇ ਵਿੱਚ। ਸਪੀਡ, ਟਾਈਮ ਐਂਡ ਡਿਸਟੈਂਸ ਅਤੇ ਇਕੁਏਸ਼ਨ। ਤਾਂ ਤੁਹਾਡੇ ਇਹ ਸੀ ਕੁਆਂਟੀਟੇਟਿਵ ਐਪਟੀਟਿਊਡ ਮੈਥ ਨਾਲ ਰਿਲੇਟਡ ਕੁਐਸਚਨ। ਤਾਂ ਜਿਹੜਾ ਤੁਹਾਡਾ ਪਹਿਲਾ ਪੇਪਰ ਹੋਣਾ ਉਹਦੇ ਵਿੱਚ ਤੁਹਾਨੂੰ ਪੰਜਾਬੀ ਆ, ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਐਰਰ ਡਿਟੈਕਸ਼ਨ, ਪੰਜਾਬੀ ਲੈਂਗੁਏਜ ਸਕਿੱਲਸ ਬਾਰੇ ਥੋੜ੍ਹਾ ਜਿਹਾ ਕੁਐਸਚਨ ਦੇਖਣ ਨੂੰ ਮਿਲਣਗੇ। ਐਂਡ ਤੁਹਾਡੀ ਵੋਕੈਬਲਰੀ ਆ ਗਈ, ਅਤੇ ਉਸ ਤੋਂ ਬਾਅਦ ਰੀਡਿੰਗ ਕੰਪਰੇਸ਼ਨਸ ਪੈਸੇਜ ਆ ਗਿਆ ਤੁਹਾਡਾ। ਅਤੇ ਉਸ ਤੋਂ ਬਾਅਦ ਤੁਹਾਡੀ ਟਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ ਤੁਹਾਨੂੰ ਆਉਣੀ ਚਾਹੀਦੀ ਆ। ਅਤੇ ਤੁਹਾਡੀ ਪ੍ਰੈਸਿਸ ਸਕਿੱਲਸ ਆ ਗਏ ਤੁਹਾਡੇ। ਐਂਡ ਫਿਲਿੰਗ ਇਨ ਦਾ ਬਲੈਂਕਸ, ਤੁਸੀਂ ਆਪਣੀ ਗ੍ਰਾਮਰ ਦੀ ਤਿਆਰੀ ਵਧੀਆ ਕਰਕੇ ਜਾਓ ਤਾਂ ਤੁਹਾਡੇ ਲਈ ਬੁੱਕ ਨਰਿੰਦਰ ਸਿੰਘ ਦੁੱਗਲ ਦੀ ਬੁੱਕ ਆ ਜਾਂਦੀ ਹੈ ਗ੍ਰਾਮਰ ਦੀ, ਤਾਂ ਤੁਸੀਂ ਉੱਥੋਂ ਤਿਆਰੀ ਕਰ ਸਕਦੇ ਹੋ। ਇਹ ਸੀ ਤੁਹਾਡਾ ਪਹਿਲਾ ਪੇਪਰ। ਤਾਂ ਹੁਣ ਆਪਾਂ ਦੂਸਰੇ ਪੇਪਰ ਦੇ ਬਾਰੇ ਜ਼ਿਕਰ ਕਰਦੇ ਹਾਂ। ਦੂਸਰਾ ਪੇਪਰ ਹੈ ਜਿਹੜਾ ਤੁਹਾਡਾ, ਉਹ ਵੀ 400 ਨੰਬਰ ਦਾ ਹੋਣਾ ਗਾ। 120 ਮਿੰਟ ਦਾ ਤੁਹਾਨੂੰ ਟਾਈਮ ਮਿਲਦਾ। ਤਾਂ ਇਸ ਵਿੱਚ ਤੁਹਾਨੂੰ ਪਹਿਲਾਂ ਲੌਜਿਕ ਐਨਾਲਿਟਿਕ, ਮਤਲਬ ਤੁਹਾਨੂੰ ਰੀਜਨਿੰਗ ਦੇ ਕੁਐਸਚਨ ਆਉਣਗੇ। ਰੀਜਨਿੰਗ ਦੇ ਵਿੱਚ ਤੁਹਾਨੂੰ ਪਹਿਲਾਂ ਸਟਾਰਟਿੰਗ ਸਟੇਟਮੈਂਟ ਐਂਡ ਕੰਕਲੂਸ਼ਨ ਆ ਗਿਆ। ਉਸ ਤੋਂ ਬਾਅਦ ਨੰਬਰ ਐਂਡ ਲੈਟਰ ਸੀਰੀਜ਼ ਆ ਗਈ। ਉਸ ਤੋਂ ਬਾਅਦ ਸੀਕੁਐਂਸ ਐਂਡ ਮਿਸਿੰਗ ਨੰਬਰ, ਪੈਟਰਨ ਕੰਪਲੀਸ਼ਨ ਆ ਗਿਆ ਤੁਹਾਡਾ। ਆਰਡਰ ਐਂਡ ਰੈਂਕਿੰਗ, ਡਾਇਰੈਕਸ਼ਨ ਐਂਡ ਡਿਸਟੈਂਸ, ਡਾਟਾ ਸੂਫੀਸ਼ੈਂਸੀ, ਪਜ਼ਲ, ਕਲਾਸੀਫਿਕੇਸ਼ਨ ਐਂਡ ਐਨਾਲੋਜੀ, ਕੈਲੰਡਰ, ਕੋਡਿੰਗ, ਡਿਕੋਡਿੰਗ, ਵਰਬਲ ਰੀਜ਼ਨਿੰਗ, ਨੋਨ ਵਰਬਲ ਐਂਡ ਲੀਗਲ ਰੀਜ਼ਨਿੰਗ, ਡਾਟਾ ਇੰਟਰਪ੍ਰੀਟੇਸ਼ਨ। ਮਤਲਬ ਇੱਦਾਂ ਦੇ ਤੁਹਾਨੂੰ ਕੁਐਸਚਨ ਆਉਣਗੇ ਇਹਨਾਂ ਵਿੱਚੋਂ, ਤਾਂ ਤੁਸੀਂ ਇਸ ਹਿਸਾਬ ਨਾਲ ਆਪਣੀ ਤਿਆਰੀ ਕਰਕੇ ਜਾਇਓ। ਉਸ ਤੋਂ ਬਾਅਦ ਤੁਹਾਨੂੰ ਸੈਕਿੰਡ ਪੇਪਰ ਦੇ ਵਿੱਚ ਸੈਕਿੰਡ ਜੋ ਤੁਹਾਨੂੰ ਪੁਆਇੰਟ ਆ, ਡਿਜੀਟਲ ਲਿਟਰੇਸੀ ਅਵੇਅਰਨੈਸ, ਤੁਹਾਨੂੰ ਕੰਪਿਊਟਰ ਨਾਲ ਰਿਲੇਟਡ ਕੁਐਸਚਨ ਆਉਣਗੇ। ਇਸ ਦੇ ਵਿੱਚ ਫਸਟ ਹੈ ਤੁਹਾਡਾ ਫੰਡਾਮੈਂਟਲ ਆਫ ਕੰਪਿਊਟਰ, ਕੰਪਿਊਟਰ ਬਾਰੇ ਨੋਰਮਲ ਤੁਹਾਨੂੰ ਬੇਸਿਕ ਨੌਲੇਜ ਆਉਣੀ ਚਾਹੀਦੀ ਆ। ਐਂਡ ਤੁਹਾਡੇ ਓਪਰੇਟਿੰਗ ਸਿਸਟਮ ਬਾਰੇ ਵੀ ਤੁਹਾਨੂੰ ਵਧੀਆ ਨੌਲੇਜ ਆਉਣੀ ਜ਼ਰੂਰੀ ਆ। ਕੰਪਿਊਟਰ ਹਾਰਡਵੇਅਰ, ਕੰਪਿਊਟਰ ਦੇ ਜੋ ਹਾਰਡਵੇਅਰ ਨੇ ਉਹ ਵੀ ਤੁਸੀਂ ਪੜ੍ਹ ਕੇ ਜਾਣੇ ਨੇ। ਅਤੇ ਚੌਥੇ ਨੰਬਰ 'ਤੇ ਤੁਹਾਨੂੰ MS ਆਫਿਸ ਵਰਡ ਆ ਜਾਂਦਾ, ਇਹਦੇ ਵਿੱਚ ਐਕਸਲ, ਪਾਵਰ ਪੁਆਇੰਟ ਤਾਂ ਐਂਡ ਸਪਰੈਡਸ਼ੀਟ ਵੀ ਆ ਜਾਂਦੀ ਹੈ ਵੈਸੇ। ਅਤੇ MS ਆਫਿਸ ਨੂੰ ਆਪਣਾ ਕੰਪਲੀਟ ਕਰਕੇ ਜਾਣਾ। ਅਤੇ ਉਸ ਤੋਂ ਬਾਅਦ ਇੰਟਰਨੈਟ ਐਂਡ ਵਰਲਡ ਵਾਈਡ ਵੈੱਬ। ਉਸ ਤੋਂ ਬਾਅਦ ਤੁਹਾਡਾ ਹੈਗਾ ਸੋਸ਼ਲ ਮੀਡੀਆ ਪਲੇਟਫਾਰਮਸ ਆ ਗਿਆ, ਵੈੱਬ ਸਰਚ ਇੰਜਨ ਆ ਗਏ, VoIP ਕਮਿਊਨੀਕੇਸ਼ਨ। ਮਤਲਬ ਤੁਹਾਡਾ ਕੰਪਿਊਟਰ ਨਾਲ ਰਿਲੇਟਡ ਤੁਹਾਨੂੰ ਸਾਰਾ ਕੁਝ ਕਰਕੇ ਜਾਣਾ ਪੈਣਾ, ਫਿਰ ਤੁਸੀਂ ਜਾ ਕੇ ਪੇਪਰ ਕਲੀਅਰ ਕਰ ਪਾਓਗੇ। ਤਾਂ ਉਸ ਤੋਂ ਬਾਅਦ ਤੁਹਾਡਾ ਮੋਬਾਇਲ ਫੋਨਸ ਬੇਸਿਕ ਕਨਸੈਪਟ, ਮਤਲਬ ਤੁਹਾਨੂੰ ਨੌਲੇਜ ਮੋਬਾਇਲ ਫੋਨਸ ਬਾਰੇ 3G 4G 5G ਜਨਰੇਸ਼ਨ ਕੁਛ ਇੱਦਾਂ ਤੁਹਾਨੂੰ ਸਾਰੀ ਨੌਲੇਜ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਨੂੰ ਵਟਸਐਪ ਵਗੈਰਾ, ਜਿੱਦਾਂ ਇੰਸਟੈਂਟ ਮੈਸੇਜ ਐਪਲੀਕੇਸ਼ਨ ਵਟਸਐਪ ਆ ਜਾਂਦਾ, ਈਮੇਲ, ਜੀਮੇਲ, ਮਤਲਬ ਤੁਹਾਨੂੰ ਫੇਸਬੁੱਕ ਹੋ ਗਿਆ ਤੁਹਾਡਾ, ਟਵਿੱਟਰ, ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰੀ ਆ। ਉਸ ਤੋਂ ਬਾਅਦ ਤੁਹਾਡਾ ਇਨਕ੍ਰਿਪਸ਼ਨ, ਡਾਟਾ ਇਨਕ੍ਰਿਪਸ਼ਨ ਆ ਗਿਆ ਤੁਹਾਡਾ। ਅਤੇ ਉਸ ਤੋਂ ਬਾਅਦ ਬੇਸਿਕ ਆਫ ਸਾਈਬਰ ਸਿਕਿਉਰਿਟੀ, ਇਹ ਮੇਨ ਪੁਆਇੰਟ ਆ। ਸਾਈਬਰ ਸਿਕਿਉਰਿਟੀ ਬਾਰੇ ਤੁਸੀਂ ਪੜ੍ਹ ਕੇ ਜਾਣਾ ਹੈ। ਹਾਂਜੀ, ਉਸ ਤੋਂ ਬਾਅਦ ਤੁਹਾਡਾ ਇੰਗਲਿਸ਼ ਗ੍ਰਾਮਰ ਤੁਹਾਡੀ ਪੰਜਾਬੀ ਨਾਲ ਕੁਛ ਮਿਲਦੇ ਜੁਲਦੇ ਹੀ ਪਾਰਟ ਹੀ ਆ, ਅਤੇ ਉਹਦੇ ਵਿੱਚ ਵੀ ਤੁਹਾਨੂੰ ਗ੍ਰਾਮਰ ਕਰਕੇ ਜਾਣੀ ਪੈਣੀ ਆ। ਇਸ ਦੇ ਵਿੱਚ ਤੁਹਾਨੂੰ ਫਸਟ ਇੰਗਲਿਸ਼ ਲੈਂਗੁਏਜ ਸਕਿੱਲਸ, ਤੁਹਾਡੀ ਲੈਂਗੁਏਜ ਸਕਿੱਲਸ ਵਧੀਆ ਹੋਣੀ ਜ਼ਰੂਰੀ ਆ। ਐਰਰ ਡਿਟੈਕਸ਼ਨ, ਤੁਹਾਡੇ ਅਸ਼ੁੱਧ ਇਹਨੂੰ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ, ਇਹ ਵੀ ਤੁਸੀਂ ਉਹਦਾ ਪੜ੍ਹ ਕੇ ਜਾਣਾ ਹੈਗਾ। ਤਾਂ ਉਸ ਤੋਂ ਬਾਅਦ ਤੁਹਾਡੀ ਵੋਕੈਬਲਰੀ ਅੱਛੀ ਹੋਣੀ ਜ਼ਰੂਰੀ ਹੈ।
ਉਹਦੇ ਵਿੱਚ ਤੁਹਾਨੂੰ ਆ ਜਾਂਦਾ ਸਿਨੋਨੀਅਮ, ਐਂਟੋਨੀਅਮਸ ਆ ਜਾਂਦੇ, ਵਰਡ ਸਬਸਟੀਟਿਊਸ਼ਨਸ ਆ ਜਾਂਦੇ ਨੇ। ਉਸ ਤੋਂ ਬਾਅਦ ਤੁਹਾਡਾ ਰੀਡਿੰਗ ਕੰਪਰੀਹੈਂਸ਼ਨ ਪੈਸੇਜ ਆ ਗਿਆ ਤੁਹਾਡਾ। ਤਾਂ ਤੁਸੀਂ ਇੱਕ ਪੈਰਾ ਤੁਹਾਨੂੰ ਮਿਲੇਗਾ, ਉਹਦੇ ਵਿੱਚੋਂ ਪੜ੍ਹ ਕੇ ਕੁਐਸਚਨਾਂ ਦੇ ਆਨਸਰ ਦੇਣੇ ਨੇ। ਉਸ ਤੋਂ ਬਾਅਦ ਤੁਹਾਡੀ ਟਰਾਂਸਲੇਸ਼ਨ, ਤੁਸੀਂ ਇਹਨੂੰ ਟਰਾਂਸਲੇਟ ਚੇਂਜ ਕਰਨਾ ਪੰਜਾਬੀ ਟੂ ਇੰਗਲਿਸ਼ ਦੇ ਵਿੱਚ। ਉਸ ਤੋਂ ਬਾਅਦ ਤੁਹਾਡੀ ਪ੍ਰੈਸੀ ਸਕਿੱਲਸ ਤੁਹਾਡੀ ਦੇਖਣੀ ਉਹਨਾਂ ਨੇ। ਉਸ ਤੋਂ ਬਾਅਦ ਤੁਹਾਡੀ ਫਿਲਿੰਗ ਇਨ ਦਾ ਬਲੈਂਕਸ, ਇਹਦੇ ਵਿੱਚ ਪ੍ਰੈਪੋਜੀਸ਼ਨ, ਨਾਊਨ, ਪ੍ਰੋਨਾਊਨ ਸਭ ਕੁਛ ਆ ਜਾਣਾ ਗਾ। ਤਾਂ ਆਪਣੀ ਵਧੀਆ ਤਿਆਰੀ ਕਰਕੇ ਜਾਓ, ਕਿਉਂਕਿ ਤੁਹਾਡੇ ਕੋਲ ਟਾਈਮ ਵੀ ਬਹੁਤ ਘੱਟ ਹੈ। ਇਸ ਹਿਸਾਬ ਨਾਲ ਤੁਸੀਂ ਤਿਆਰੀ ਕਰੋ ਕਿ ਤੁਹਾਡਾ ਸਾਰਾ ਸਿਲੇਬਸ ਤੁਹਾਡਾ ਮਹੀਨੇ 1.5 ਮਹੀਨੇ ਦੇ ਵਿੱਚ ਕਵਰ ਹੋ ਜਾਵੇ। ਹਾਂਜੀ, ਹੁਣ ਆਪਾਂ ਫਿਜ਼ੀਕਲ ਸਕਰੀਨਿੰਗ ਟੈਸਟ, ਜਿਹੜਾ ਤੁਹਾਡਾ ਫਿਜ਼ੀਕਲ ਦੇ ਵਿੱਚ ਟਰਾਇਲ ਹੋਣੇ ਨੇ, ਉਹਨਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜੋ ਤੁਹਾਡੇ ਮੇਲ ਕੈਂਡੀਡੇਟ ਨੇ ਉਹਨਾਂ ਦੀ ਹਾਈਟ ਬਾਰੇ ਦਿੱਤਾ ਹੋਇਆ। ਇਹ ਤੁਹਾਡਾ ਸਿਰਫ ਡਿਸਟ੍ਰਿਕਟ ਕੇਡਰ ਅਤੇ ਆਰਮਡ ਪੁਲਿਸ ਦਾ ਜਿਹੜਾ ਉਹਨਾਂ ਬਾਰੇ ਦਿੱਤਾ ਗਿਆ। ਇਹਦੇ ਵਿੱਚ ਤੁਹਾਡੀ ਜਿਹੜੀ ਹਾਈਟ ਆ ਗਈ, ਮਿਨੀਮਮ ਹਾਈਟ ਮੁੰਡਿਆਂ ਦੇ ਲਈ ਤੁਹਾਡੀ 5 ਫੁੱਟ 7 ਇੰਚ ਚਾਹੀਦੀ ਆ, ਐਂਡ ਕੁੜੀਆਂ ਦੇ ਲਈ ਤੁਹਾਡੀ 5 ਫੁੱਟ 2 ਇੰਚ ਜ਼ਰੂਰੀ ਆ। ਤਾਂ ਤੁਹਾਡੇ ਜੋ ਫਿਜ਼ੀਕਲ ਟਰਾਇਲ ਨੇ ਉਹ ਮੇਲ ਕੈਂਡੀਡੇਟ ਲਈ, ਐਕਸਕਲੂਡਿੰਗ ਐਕਸ ਸਰਵਿਸਮੈਨ ਦੇ ਲਈ ਨਹੀਂ ਹੈ, ਇਹ ਸਿਰਫ ਮੇਲ ਕੈਂਡੀਡੇਟ ਦੇ ਲਈ ਹੈ। ਜੋ ਨੋਰਮਲ ਨੇ, ਮਤਲਬ ਐਕਸ ਸਰਵਿਸਮੈਨ ਨਹੀਂ ਹਨ। ਅਤੇ ਇਸ ਦੇ ਵਿੱਚ ਤੁਹਾਨੂੰ ਪਹਿਲਾ ਈਵੈਂਟ ਤੁਹਾਡਾ 1600 ਮੀਟਰ ਆ। 1600 ਮੀਟਰ ਤੁਸੀਂ 7 ਮਿੰਟਾਂ ਦੇ ਵਿੱਚ ਲਗਾਉਣੀ ਆ, ਤੁਹਾਨੂੰ 1 ਚਾਂਸ ਮਿਲਣਾ ਓਨਲੀ। ਐਂਡ ਦੂਜੇ ਨੰਬਰ 'ਤੇ ਤੁਹਾਡਾ ਲੌਂਗ ਜੰਪ ਆ। ਲੌਂਗ ਜੰਪ ਤੁਹਾਨੂੰ 3.65 ਮੀਟਰ ਲਗਾਉਣਾ ਹੈਗਾ, ਲਗਭਗ 12.5 ਫੁੱਟ। ਐਂਡ ਤੁਹਾਡਾ ਹਾਈ ਜੰਪ ਆ ਜੋ ਉਹ 1.10 ਮੀਟਰ ਹੈ, ਇਹ ਲਗਭਗ 3.25 ਫੁੱਟ ਬਣਦਾ ਹੈਗਾ, ਅਤੇ ਤੁਸੀਂ ਲਗਾਉਣਾ। ਅਤੇ ਉਸ ਤੋਂ ਬਾਅਦ ਤੁਹਾਡਾ ਫੀਮੇਲ ਕੈਂਡੀਡੇਟ, ਜੋ ਤੁਹਾਡੀ ਫੀਮੇਲ ਕੈਂਡੀਡੇਟ ਆ ਜਾਂਦੇ ਨੇ, ਫੀਮੇਲ ਕੈਂਡੀਡੇਟ ਤੁਹਾਡੇ 800 ਮੀਟਰ ਰੇਸ ਲਗਾਉਣੀ ਆ ਤੁਸੀਂ ਨੇ 5 ਮਿੰਟਾਂ ਦੇ ਵਿੱਚ, ਇਹ ਤੁਹਾਨੂੰ 1 ਚਾਂਸ ਮਿਲਣਾ। ਅਤੇ ਉਸ ਤੋਂ ਬਾਅਦ ਤੁਹਾਡਾ ਲੌਂਗ ਜੰਪ 3 ਮੀਟਰ ਦਾ ਲਗਭਗ 9 ਫੁੱਟ ਬਣਦਾ ਹੈ। ਉਸ ਤੋਂ ਬਾਅਦ ਤੁਹਾਡਾ ਹਾਈ ਜੰਪ ਆ ਜਿਹੜਾ 0.90 ਮੀਟਰ, ਇਹ ਤੁਹਾਡਾ 3 ਫੁੱਟ ਦੇ ਲਗਭਗ ਬਣਦਾ ਹੈ। ਉਸ ਤੋਂ ਬਾਅਦ ਐਕਸ ਸਰਵਿਸਮੈਨ ਜਿਹੜੇ ਮੇਲ ਕੈਂਡੀਡੇਟ ਨੇ ਜਿਨ੍ਹਾਂ ਦੀ ਏਜ 35 ਸਾਲ ਹੈ, ਉਸ ਤੋਂ ਘੱਟ ਆ, ਤਾਂ ਉਹ 1400 ਮੀਟਰ ਉਹਨਾਂ ਦੀ ਵਾਕ ਆ। ਅਤੇ ਉਹ ਐਂਡ ਰਨ ਹੈ ਕੰਪਲੀਟਡ ਇਨ 9 ਮਿੰਟਾਂ ਦੇ ਵਿੱਚ ਉਹਨਾਂ ਨੇ ਕੰਪਲੀਟ ਕਰਨੀ ਹੈ। ਅਤੇ 10 ਸਿਟ ਪੁਸ਼ਅਪ ਲਗਾਉਣੇ ਨੇ ਉਹਨਾਂ ਨੇ 2 ਮਿੰਟ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਐਕਸ ਸਰਵਿਸਮੈਨ ਏਜ ਮੋਰ ਦੈਨ 35 ਤੋਂ ਉੱਪਰ ਨੇ, ਉਹਨਾਂ ਦੇ ਲਈ 1400 ਮੀਟਰ ਆ ਜਿਹੜੀ ਉਹ ਲਗਾਉਣੀ ਉਹਨਾਂ ਨੇ 12 ਮਿੰਟਾਂ ਦੇ ਵਿੱਚ। ਉਹਦੇ ਜਿਹੜੇ 10 ਸਿਟਅਪ ਲਾਉਣੇ ਨੇ ਉਹਨਾਂ ਨੇ ਉਹ 3 ਮਿੰਟਾਂ ਦੇ ਵਿਚਕਾਰ ਲਾਉਣੇ ਨੇ। ਇਹ ਸੀ ਤੁਹਾਡਾ ਫਿਜ਼ੀਕਲ ਸਕਰੀਨਿੰਗ ਟੈਸਟ ਜੋ ਤੁਹਾਡਾ ਫਿਜ਼ੀਕਲ ਦੇ ਵਿੱਚ ਹੋਣਾ। ਅਤੇ ਹੁਣ ਅੱਗੇ ਆਪਾਂ ਡਿਸਕਸ ਕਰਦੇ ਹਾਂ ਫਿਜ਼ੀਕਲ ਸਕਰੀਨਿੰਗ ਟੈਸਟ ਜੋ ਤੁਹਾਡਾ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਦੇ ਵਿੱਚ ਹੋਣਾ ਗਾ। ਤਾਂ ਇਹਦੇ ਵਿੱਚ ਤੁਹਾਨੂੰ ਪਹਿਲਾਂ ਮਿਨੀਮਮ ਹਾਈਟ ਜਿਹੜੀ ਮੇਲ ਦੇ ਲਈ ਚਾਹੀਦੀ ਆ, ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ 5 ਫੁੱਟ 5 ਇੰਚ ਕੱਦ ਜਿਹੜਾ ਤੁਹਾਡਾ ਮੰਗਿਆ ਗਿਆ ਇਹਨਾਂ ਨੇ। ਅਤੇ ਜੋ ਲੜਕੀਆਂ ਨੇ, ਫੀਮੇਲ ਕੈਂਡੀਡੇਟ ਨੇ, ਫੀਮੇਲ ਦੇ ਲਈ 5 ਫੁੱਟ 1 ਇੰਚ, ਜਿਹੜੀ ਨੋਰਮਲ ਸੀ ਉਹਦੇ ਵਿੱਚ 5 ਫੁੱਟ 2 ਇੰਚ ਮੰਗਿਆ ਸੀ। ਇਸ ਜੋ ਇਨਵੈਸਟੀਗੇਸ਼ਨ ਐਂਡ ਇੰਟੈਲੀਜੈਂਸ ਡਿਪਾਰਟਮੈਂਟ ਹੈ ਇਹਦੇ ਵਿੱਚ ਤੁਹਾਡੀ ਹਾਈਟ 5 ਫੁੱਟ 1 ਇੰਚ ਹੋਣੀ ਜ਼ਰੂਰੀ ਆ। ਅਤੇ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ, ਇਹਦੇ ਵਿੱਚ ਜਿਹੜੇ ਮੇਲ ਕੈਂਡੀਡੇਟ ਨੇ ਇਹ ਤੁਹਾਡੀ 800 ਮੀਟਰ ਰੇਸ ਲੱਗਣੀ ਹੈਗੀ, ਸਿਰਫ 4 ਮਿੰਟ ਦੇ ਵਿਚਕਾਰ ਲਾਉਣੀ ਹੈ ਤੁਸੀਂ ਨੇ। ਇਹਦੇ ਵਿੱਚ ਤੁਹਾਨੂੰ ਲੌਂਗ ਜੰਪ 9 ਫੁੱਟ ਦਾ, ਅਤੇ ਐਂਡ ਹਾਈ ਜੰਪ ਆ ਉਹ 3 ਫੁੱਟ ਲਗਾਉਣਾ ਹੈ। ਤਾਂ ਇਹ ਬਹੁਤ ਹੀ ਬੇਸਿਕ ਕਹਿ ਸਕਦੇ ਆਪਾਂ, ਮਤਲਬ ਲਗਭਗ ਹਰ ਬੱਚਾ ਇਹ ਕਲੀਅਰ ਕਰ ਸਕਦਾ ਹੈਗਾ। ਉਸ ਤੋਂ ਬਾਅਦ ਤੁਹਾਡਾ ਫੀਮੇਲ ਕੈਂਡੀਡੇਟ ਨੇ, ਫੀਮੇਲ ਕੈਂਡੀਡੇਟ ਦੇ ਲਈ 400 ਮੀਟਰ ਰੇਸ ਆ ਜਿਹੜੀ ਉਹ 2 ਮਿੰਟ ਦੇ ਵਿਚਕਾਰ ਲਾਉਣੀ ਆ। ਐਂਡ ਤੁਹਾਡਾ ਲੌਂਗ ਜੰਪ ਆ ਜੋ ਉਹ 6 ਫੁੱਟ ਦਾ ਹੈਗਾ, ਐਂਡ ਹਾਈ ਜੰਪ 2.5 ਫੁੱਟ, ਅਤੇ ਤੁਹਾਨੂੰ 3 ਚਾਂਸ ਮਿਲ ਰਹੇ ਨੇ। ਅਤੇ ਜੋ ਐਕਸ ਸਰਵਿਸਮੈਨ ਨੇ, ਐਕਸ ਸਰਵਿਸਮੈਨ ਦੇ ਲਈ ਤੁਹਾਨੂੰ 800 ਮੀਟਰ ਵਾਕ ਐਂਡ ਰਨ ਆ ਉਹ ਤੁਸੀਂ 6 ਮਿੰਟ ਦੇ ਵਿੱਚ ਪਾਰ ਕਰਨੀ ਹੈ। ਹਾਂਜੀ ਦੋਸਤੋ, ਅਤੇ ਇਹਦੀ ਕੁਝ ਇੰਪੋਰਟੈਂਟ ਗੱਲਾਂ ਜੋ ਕਿ ਸਬ ਇੰਸਪੈਕਟਰ ਭਰਤੀ ਨਾਲ ਰਿਲੇਟਡ ਸੀ, ਜਿਨ੍ਹਾਂ ਦਾ ਆਪਾਂ ਨੇ ਜ਼ਿਕਰ ਕੀਤਾ ਗਾ। ਤਾਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਸਭ ਤੋਂ ਪਹਿਲਾਂ ਕਰੋ, ਕਿਉਂਕਿ ਤੁਹਾਡੇ ਲਈ 1.5 ਮਹੀਨਾ ਬਚਿਆ ਹੈ। ਤਾਂ ਇਸ ਦੇ ਨਾਲ ਹੀ ਤੁਸੀਂ ਆਪਦੀ ਫਿਜ਼ੀਕਲ ਦੀ ਤਿਆਰੀ ਕਰ ਸਕਦੇ ਹੋ। ਹੁਣ ਤਾਂ ਵੈਸੇ ਵੀ ਪੰਜਾਬ ਸਰਕਾਰ ਨੇ ਜੋ ਪੁਲਿਸ ਲਾਈਨ ਗਰਾਊਂਡ ਨੇ ਉਹਨਾਂ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ ਤੁਸੀਂ ਕੋਈ ਵੀ ਜਾ ਕੇ ਤਿਆਰੀ ਕਰ ਸਕਦਾ ਹੈ। ਉਹਦੇ ਲਈ ਤੁਹਾਡੀ ਫੀਸ ਕੁਝ ਨਹੀਂ ਰੱਖੀ, ਫਰੀ ਕਾਸਟ ਦੇ ਉੱਤੇ ਤੁਹਾਨੂੰ ਤਿਆਰੀ ਕਰਵਾਈ ਜਾ ਰਹੀ ਹੈ। ਤਾਂ ਤੁਸੀਂ ਫਿਜ਼ੀਕਲ ਦੇ ਨਾਲ ਨਾਲ ਆਪਦੇ ਪੇਪਰ ਦੀ ਤਿਆਰੀ ਪਹਿਲਾਂ ਰੱਖੋ, ਕਿਉਂਕਿ ਪਹਿਲਾਂ ਪੇਪਰ ਹੋਣਾ, ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਟਰਾਇਲ ਹੋਣਗੇ। ਤਾਂ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਵਧੀਆ ਤਰੀਕੇ ਦੇ ਨਾਲ ਤਿਆਰੀ ਕਰੋਗੇ। ਅਤੇ ਤੁਹਾਡਾ ਇੱਥੇ ਚੈਨਲ 'ਤੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।